हाँ जी स्टूडेंट्स वेलकम करदा तुहाडा टूर स्टडी क्लास यूट्यूब चैनल दे विच। इस वीडियो दे विच स्टूडेंट्स आपां दो क्वेश्चन करांगे, एक तां चंडी दी वार ते दूजा वीर काव दा मुੱਢ ते विकास। सो अगर तुहानूं चंडी दी वार अलग आउंदा तां भी तुहाडा हो जाऊगा, अगर तुहानूं वीर काव दा मुੱਢ ते विकास आउंदा ਉਹਦੇ ਵਿੱਚ ਵੀ ਚੰਡੀ ਦੀ ਵਾਰ ਲਿਖਣੀ ਹੈ ਤੇ ਤੁਹਾਡੇ ਦੋਨੋਂ ਟੌਪਿਕ ਕਲੀਅਰ ਹੋ ਜਾਣਗੇ। ਹਾਂਜੀ, ਪਹਿਲਾਂ ਜਾਣ ਪਛਾਣ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੇ ਚੰਡੀ ਦੀ ਵਾਰ ਪੰਜਾਬੀ ਸਾਹਿਤ ਦੀ ਪਹਿਲੀ ਵੀਰ ਰਸੀ ਰਚਨਾ, मतलब कि पंजाबी साहित्य ਦੇ ਵਿੱਚ ਸਭ ਤੋਂ ਪਹਿਲਾਂ ਵੀਰ ਰਸੀ ਰਚਨਾ ਕਿਹਨਾਂ ਦੀ ਲਿਖੀ ਹੋਈ ਹੈ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ। ਤੇ ਪੰਜਾਬੀ ਦੇ ਵੀਰ ਸਾਹਿਤ ਦੇ ਵਿੱਚ ਉੱਚਤਮ ਦਰਜਾ ਰੱਖਦੀ ਹੈ। ਹਾਂਜੀ, ਚੰਡੀ ਦੀ ਵਾਰ ਦਾ ਅੱਗੇ ਆਧਾਰ ਕੀ ਹੈ? ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰੇਤੇ ਯੁੱਗ ਦੀ ਇੱਕ ਇਤਿਹਾਸਿਕ ਕਥਾ ਨੂੰ ਆਧਾਰ ਬਣਾਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰੇਤੇ ਯੁੱਗ ਦੀ ਇੱਕ ਇਤਿਹਾਸਿਕ ਕਥਾ ਨੂੰ ਆਧਾਰ ਬਣਾਇਆ ਤੇ ਗੁਰੂ ਸਾਹਿਬ ਨੇ ਇਸ ਅਸਲ ਦੇ ਵਿੱਚ ਇਸ ਦੇ ਵਿੱਚ ਸਟੋਰੀ 'ਚ ਮੈਂ ਤੁਹਾਨੂੰ ਦੱਸ ਦਿੰਦੀ ਕੀ ਆ। ਚੰਡੀ ਦੀ ਵਾਰ ਦੇ ਵਿੱਚ ਜਿਹੜੇ ਕਿ ਇੰਦਰ ਦੇਵਤੇ ਨੂੰ ਜਿਹੜੇ ਕਿ ਰਾਖਸ਼ ਨੇ ਮਹਿਕਾਸੁਰ ਸੁੰਬਰ ਨਿਸ਼ੁੰਭ ਜਿਹੜੇ ਕਿ ਦਰਬਾਰ ਦੇ ਵਿੱਚੋਂ ਕੱਢ ਦਿੰਦੇ ਨੇ ਤੇ ਫਿਰ ਇੰਦਰ ਦੇਵਤਾ ਜਿਹੜੇ ਕਿ ਆਪਣੀ ਫਰਿਆਦ ਲੈ ਕੇ ਦੁਰਗਾ ਦੇਵੀ ਦੇ ਕੋਲ ਜਾਂਦਾ, ਦੁਰਗਾ ਮਾਤਾ ਦੇ ਕੋਲ। ਤਾਂ ਦੁਰਗਾ ਦੇਵੀ ਜਿਹੜੇ ਕਿ ਇੰਦਰ ਦੇਵਤੇ ਦੀ ਅਗਵਾਈ ਦੇ ਵਿੱਚ ਰਾਖਸ਼ਾਂ ਦਾ ਜਿਹੜੇ ਕਿ ਨਾਸ਼ ਕਰਦੀ ਹੈ ਤੇ ਇੰਦਰ ਦੇਵਤੇ ਨੂੰ ਜਿਹੜੇ ਕਿ ਉਹਦਾ ਸਿੰਘਾਸਨ ਰਾਜ ਦਰਬਾਰਾ ਦੁਆਰਾ ਵਾਪਸ ਦਿਵਾਉਂਦੀ ਹੈ। ਸੋ ਇਹਦੇ ਵਿੱਚ ਇਹ ਹੈ। ਤਾਂ ਇਹਦੇ ਵਿੱਚ ਜਿਹੜੇ ਦੁਰਗਾ ਦੇਵੀ ਉਹ ਨੇਕੀ ਦੀ ਪ੍ਰਤੀਕ ਹੈ ਤੇ ਵਦੀ ਦਾ ਪ੍ਰਤੀਕ ਨੇ ਰਾਖਸ਼। ਨੇਕੀ ਤੇ ਵਦੀ ਦੀ ਇਹਦੇ ਵਿੱਚ ਜਿਹੜੀ ਕਿ ਲੜਾਈ ਦਾ ਵਰਣਨ ਕੀਤਾ ਹੋਇਆ ਤੇ ਦੁਰਗਾ ਦੇਵੀ ਜਿਹੜੀ ਇਹਦੇ ਵਿੱਚ ਨਾਇਕਾ। ਹਾਂਜੀ, ਗੁਰੂ ਸਾਹਿਬ ਨੇ ਇਸ ਰਚਨਾ ਦੀ ਕਹਾਣੀ ਮਾਰਕੰਡੇ ਪ੍ਰਾਣ ਦੇ ਵਿੱਚੋਂ ਲੈ ਕੇ ਇਹਨੂੰ ਪੰਜਾਬੀ ਸਾਹਿਤ ਦਾ ਰੂਪ ਦਿੱਤਾ। ਠੀਕ ਹੈ, ਕਿਹੜੇ ਪ੍ਰਾਣ ਦੇ ਵਿੱਚੋਂ? ਮਾਰਕੰਡੇ ਪ੍ਰਾਣ ਦੇ ਵਿੱਚ। ਮਤਲਬ ਕਿ ਪ੍ਰਾਣ ਕਿੰਨੇ ਨੇ? 18 ਪ੍ਰਾਣ ਨੇ। ਉਹਨਾਂ ਦੇ ਵਿੱਚੋਂ ਜਿਹੜਾ ਮਾਰਕੰਡਾ ਪ੍ਰਾਣ ਆ ਉਹਦੇ ਵਿੱਚੋਂ ਜਿਹੜੇ ਕਿ ਲੈ ਕੇ ਇਸ ਨੂੰ ਪੰਜਾਬੀ ਕਵਿਤਾ ਰੂਪ ਦਿੱਤਾ ਚੰਡੀ ਦੀ ਵਾਰ ਨੂੰ। ਤੇ ਇਸ ਰਚਨਾ ਦਾ ਮੰਗਲਾਚਰਨ ਆ ਜਿਹੜਾ ਸਿੰਘਾਂ ਦੀ ਜਿਹੜੀ ਅਰਦਾਸ ਆ ਉਹਦਾ ਅਟੁੱਟ ਅੰਗ ਬਣਿਆ ਹੋਇਆ। ਤੇ ਇਹ ਰਚਨਾ ਮਤਲਬ ਕਿ ਜਿਹੜੀ ਅਰਦਾਸ ਹੈ, ਠੀਕ ਹੈ, ਤੇ ਅਰਦਾਸ ਦੇ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦਾ ਨਾਮ ਹੈ? ਤਾਂ 9 ਗੁਰੂ ਸਾਹਿਬਾਨਾਂ ਦਾ। ਤੇ ਇਹ ਕਹਾਣੀ ਦੁਰਗਾ ਦੇਵੀ ਤੇ ਦੈਂਤਾਂ ਦੇ ਵਿਚਕਾਰ, ਦੈਂਤ ਮਤਲਬ ਕਿ ਰਾਖਸ਼ਾਂ ਦੇ ਵਿਚਕਾਰ ਹੋਈਆਂ 6 ਲੜਾਈਆਂ ਤੇ ਆਧਾਰਿਤ ਹੈ। ਤੇ ਇਸ ਰਚਨਾ ਦੇ ਵਿੱਚ ਦੁਰਗਾ ਦੇਵੀ ਦੇਵਤੇ ਨੇ ਅਗਵਾਈ ਕਰਦੀ ਹੈ ਤੇ ਜੇਤੂ ਲੜਾਈ ਲੜਦੀ ਹੈ। ਤੇ ਇਸ ਪ੍ਰਕਾਰ ਉਹ ਦੁਰਗਾ ਦੇਵੀ ਇਸ ਰਚਨਾ ਦੀ ਇੱਕ ਮਹਾਨ ਤੇ ਆਦਰਸ਼ਕ ਨਾਇਕਾ। ਤੇ ਦੁਰਗਾ ਦੇਵੀ ਨੇ ਦੈਂਤਾਂ ਤੋਂ ਰਾਜ ਖੋਹ ਕੇ ਅਸਲੀ ਹੱਕਦਾਰ ਦੇਵਤਾ ਇੰਦਰ ਨੂੰ ਜਿਹੜੇ ਕਿ ਇੰਦਰ ਨੂੰ ਦੇਣ ਦੇ ਲਈ ਲੜਾਈਆਂ ਲੜੀਆਂ ਨੇ। ਤੇ ਚੰਡੀ ਦੀ ਵਾਰ ਨੇਕੀ ਤੇ ਵਦੀ ਦੀ ਲੜਾਈ ਆ। ਇਸ ਦੇ ਵਿੱਚ ਦੁਰਗਾ ਦੇਵੀ ਨੇਕੀ ਤੇ ਰਾਖਸ਼ ਵਦੀ ਦੇ ਪ੍ਰਤੀਕ ਨੇ। ਤੇ ਅੱਗੇ ਹੈ ਸਾਹਿਤਕ ਪੱਖੋਂ ਚੰਡੀ ਦੀ ਵਾਰ ਵਿਸ਼ੇਸ਼ਤਾਵਾਂ। ਚੰਡੀ ਦੀ ਵਾਰ ਦੀਆਂ ਵਿਸ਼ੇਸ਼ਤਾਵਾਂ। ਤਾਂ ਚੰਡੀ ਦੀ ਵਾਰ ਦੇ ਕੁੱਲ 55 ਬੰਦ ਨੇ, ਜਿਨ੍ਹਾਂ ਦੇ ਵਿੱਚੋਂ 54 ਪੌੜੀਆਂ ਨੇ ਤੇ ਇੱਕ ਦੋਹਰਾ। 54 ਪੌੜੀਆਂ ਤੇ ਇੱਕ ਦੋਹਰਾ। ਹੈਡਿੰਗ ਦੇ ਨਾਲ ਮੈਂ ਤੁਹਾਨੂੰ ਯਾਦ ਕਰਵਾਉਂਗੀ, ਈਜ਼ਲੀ ਯਾਦ ਹੋ ਜਾਂਦਾ। ਤੇ ਇਹਦੇ ਵਿੱਚ ਫੌਜਾਂ ਦੀ ਲੜਾਈ, ਚੜ੍ਹਾਈ, ਉਹਨਾਂ ਦਾ ਯੋਧਿਆਂ ਦੇ ਹਮਲੇ, ਵਾਰ ਪ੍ਰਤੀਵਾਰ, ਲਲਕਾਰੇ, ਵਾਜਾਂ ਦੀ ਗੂੰਜ, ਫੌਜੀ ਝੰਡੇ, ਜੰਗੀ ਹਮਲੇ, ਵੀਰ ਰਸ ਭਰਪੂਰ ਵਰਣਨ ਇਹਦੇ ਵਿੱਚ। ਤੇ ਜਿਹਨੂੰ ਇੱਕ ਵਾਰ ਪੜ੍ਹ ਕੇ ਜਿਹੜੇ ਕਿ ਬੁੱਝਦਿਲ ਨੇ, ਜਿਹੜੇ ਭਾਵ ਕਿ ਜਿਹੜੇ ਕਾਇਰ ਲੋਕ ਹੁੰਦੇ ਨੇ, ਡਰਪੋਕ ਹੁੰਦੇ ਨੇ, ਉਹਨਾਂ ਵਿੱਚ ਵੀ ਵੀਰਤਾ ਦਾ ਜੋਸ਼ ਪੈਦਾ ਹੋ ਜਾਂਦਾ। ਤੇ ਯੁੱਧ ਭੂਮੀ ਦੇ ਵਿੱਚ ਤੜਫਦੀਆਂ ਲਾਸ਼ਾਂ ਤੇ ਖੂਨ ਦੀ ਵਗਦੀਆਂ ਨਦੀਆਂ ਮਹਾਪਰਲੋ ਦੀਆਂ ਯਾਦ ਦਿਵਾਉਂਦੀਆਂ ਨੇ। ਅੱਗੇ ਹੈ ਗੁਰੂ ਜੀ ਨੇ ਦੁਰਗਾ ਦੇਵੀ ਦੀ ਬਹਾਦਰੀ ਨੂੰ ਚਮਕਾਉਣ ਲਈ ਰਾਖਸ਼ਾਂ ਦੀ ਬਹਾਦਰੀ ਨੂੰ ਵੀ ਨਿਰਪੱਖ ਹੋ ਕੇ ਵਰਣਨ ਕੀਤਾ। ਜਿਵੇਂ ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋਂ ਨਾ ਭੱਜਣ ਰੋਹੇ ਰੋਲੇ, ਸ਼ੀਹਾਂ ਵਾਂਗੂ ਗੱਜਣ ਸੱਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਇਹ ਯਾਦ ਕਰ ਲੈਣੇ, ਦੋ ਲਾਈਨਾਂ ਦਾ ਪੱਕਾ ਯਾਦ ਕਰ ਲੈਣੀਆਂ ਨੇ। ਹਾਂਜੀ, ਰਸ। ਚੰਡੀ ਦੀ ਵਾਰ ਜਿਹੜੀ ਕਿ ਵੀਰ ਰਸ ਭਰਪੂਰ ਰਚਨਾ, ਜਿਹਦੇ ਵਿੱਚ ਵੀਰ ਰਸ ਭਰਪੂਰ ਰੂਪ ਦੇ ਵਿੱਚ ਵਰਣਨ ਕੀਤਾ ਹੋਇਆ। ਤੇ ਇਹ ਵੀਰ ਰਸ ਇੰਨਾ ਕਿ ਬੁੱਝਦਿਲਾਂ ਦੇ ਵਿੱਚ ਵੀ ਜਿਹੜੇ ਕਿ ਵੀਰ ਭਾਵਨਾ ਦਾ ਸੰਚਾਰ ਕਰ ਦਿੰਦਾ। ਤੇ ਵੀਰ ਰਸ ਦੇ ਨਾਲ ਨਾਲ ਇਹਦੇ ਵਿੱਚ ਹਾਸ ਰਸ ਵੀ ਆ, ਸ਼ਿੰਗਾਰ ਰਸ ਵੀ ਪਾਇਆ ਜਾਂਦਾ, ਕ੍ਰੋਧ ਰਸ ਵੀ ਆ, ਅਦਭੁਤ ਰਸ ਵੀ ਆ, ਤੇ ਕਿਧਰੇ ਘ੍ਰਿਣਾ ਰਸ ਵੀ ਆ ਜਾਂਦਾ। ਮਤਲਬ ਕਿ ਜਦੋਂ ਲਹੂ ਵਗੈਰਾ ਦੀ ਗੱਲ ਕੀਤੀ ਤਾਂ ਘ੍ਰਿਣਾ ਆ ਜਾਂਦਾ। ਤੇ ਕ੍ਰੋਧ, ਜਦੋਂ ਦੁਰਗਾ ਦੇਵੀ ਜਿਹੜੇ ਕਿ ਕ੍ਰੋਧ ਦੇ ਵਿੱਚ ਆ ਕੇ ਦੈਂਤਾਂ ਦਾ, ਰਾਖਸ਼ਾਂ ਦਾ ਨਾਸ਼ ਕਰਦੀ ਹੈ। ਹਾਂਜੀ, ਤੇ ਅਲੰਕਾਰ। ਚੰਡੀ ਦੀ ਵਾਰ ਦੇ ਵਿੱਚ ਅਲੰਕਾਰਾਂ ਦੀ ਵੀ ਬੜੇ ਸੁਚੱਜੇ ਢੰਗ ਦੇ ਨਾਲ ਵਰਤੋਂ ਕੀਤੀ ਗਈ ਹੈ। ਉਪਮਾ ਅਲੰਕਾਰਾਂ ਦੀ ਉਪਮਾਵਾਂ ਬਹੁਤ ਸਾਰੀਆਂ ਨਵੀਆਂ ਤੇ ਢੁਕਵੀਆਂ ਦਿੱਤੀਆਂ ਗਈਆਂ ਨੇ। ਮਤਲਬ ਕਿ ਉਪਮਾ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ, ਰੂਪਕ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ,
ਅਤਕਥਨੀ ਅਲੰਕਾਰ ਦੀ ਵੀ ਵਰਤੋਂ ਕੀਤੀ ਗਿਆ। ਦ੍ਰਿਸ਼ਟਾਂਤ ਅਲੰਕਾਰ, ਗੁੜ, ਲੋਕੋਕਤੀ, ਸ਼ਕੋਕਤੀ ਤੇ ਅਨੇਕਾਂ ਕਿਸਮ ਦੇ ਅਨੁਪ੍ਰਾਸ ਅਲੰਕਾਰ ਦੇ ਨਮੂਨੇ ਵੀ ਨੇ। ਜਿਵੇਂ ਉਪਮਾ, ਸ਼ੀਹਾ ਵਾਂਗੂ ਗੱਜਣ ਸਭੇ ਸੂਰਮੇ। ਉਪਮਾ ਭਾਵ ਕਿ ਜਦੋਂ ਕਿਸੇ ਨਾਲ ਤੁਲਨਾ ਕੀਤੀ ਜਾਂਦੀ ਹੈ, ਜਿਵੇਂ ਸੂਰਮਿਆਂ ਦੀ ਕਿਹਦੇ ਨਾਲ ਉਪਮਾ ਕਰਤੀ, ਸ਼ੀਹਾਂ ਨਾਲ। ਤੇ ਬੱਦਲ ਜੋ ਮਹਿਕਾਸੁਰ ਰਣ ਵਿੱਚ ਗੱਜਿਆ, ਕਹਿੰਦਾ ਹੁਣ ਮਹਿਕਾਸੁਰ ਦੀ ਕਿਹਦੇ ਨਾਲ ਕੰਪੇਅਰ ਕਰਤਾ, ਰਣ ਹੋ ਗਿਆ ਖੇਤਰ ਭਾਵ ਕਿ ਲੜਾਈ ਵਾਲਾ ਮੈਦਾਨ, ਬੱਦਲਾਂ ਦੇ ਨਾਲ। ਰੂਪਕ, ਘਾੜ ਕਰਨ ਠਠਿਆਰੇ ਜਾਨ ਬਣਾਏ ਕੇ। ਤੇ ਅਤਕਥਨੀ, ਲਿਸ਼ਕਣ ਤੇਗਾ ਵਰਸ਼ਾ ਸੂਰਜ ਨਦਰ ਨਾਵੇ। ਮਤਲਬ ਕਿ ਤੇਗਾਂ ਤਲਵਾਰਾਂ ਇੰਨੀਆਂ ਲਸ਼ਕਰੀਆਂ ਸੀ ਕਿ ਸੂਰਜ ਵੀ ਨਜ਼ਰ ਨਹੀਂ ਆ ਰਿਹਾ ਸੀ। ਅਨੁਪ੍ਰਾਸ, ਜਦੋਂ ਵਾਰ-ਵਾਰ ਅੱਖਰ ਦੁਹਰਾਏ ਜਾਣ। ਵਾਹਨ, ਵਾਰੋ ਵਾਰੀ ਸੂਰੇ ਸੰਗਰੇ। ਹਾਂਜੀ, ਅੱਗੇ ਛੰਦ, ਚੰਡੀ ਦੀ ਵਾਰ ਵਿੱਚ ਪੌੜੀਆਂ ਵਿੱਚ ਨਿਸ਼ਾਨੀ ਛੰਦ ਦੇ ਨਾਲ ਨਾਲ ਸਿਰਖੰਡੀ ਛੰਦ ਵੀ ਵਰਤਿਆ ਗਿਆ। ਤੁਕਾਂ ਦੀ ਗਿਣਤੀ 4 ਤੋਂ 12 ਤੱਕ। 4 ਤੋਂ 12 ਤੱਕ। ਭਾਸ਼ਾ, ਚੰਡੀ ਦੀ ਵਾਰ ਦੀ ਭਾਸ਼ਾ ਪੰਜਾਬੀ ਆ, ਬੜੀ ਠੇਠ, ਜ਼ੋਰਦਾਰ ਪਰ ਦਬਾਬੀ ਅਸਰ ਵਾਲੀ ਆ। ਬਾਵੇ ਥਾਂ ਤੇ ਬੱਬਾ ਬਹੁਤ ਹੀ ਵਰਤਿਆ ਗਿਆ। ਤੇ ਬ੍ਰਿਜ ਦਾ ਵੀ ਕਾਫੀ ਜ਼ਿਆਦਾ ਪ੍ਰਭਾਵ ਬ੍ਰਿਜ ਭਾਸ਼ਾ ਦਾ। ਤੇ ਬੋਲੀ ਵਿੱਚ ਨਵੇਂ ਵਾਕ ਅੰਸ਼ ਤੇ ਸਮਾਸ ਸ਼ਬਦ ਵਰਤ ਕੇ ਇਹਨੂੰ ਬਲਵਾਨ, ਅਰਥਪੂਰਨ ਤੇ ਰਸਦਾਇਕ ਬਣਾ ਦਿੱਤਾ। ਤੇ ਕਈ ਸ਼ਬਦਾਂ ਨੂੰ ਮਰਜ਼ੀ ਦੇ ਨਾਲ ਤੋੜ ਮਰੋੜ ਕੇ ਵੀ ਪੇਸ਼ ਕੀਤਾ ਗਿਆ। ਸ਼ਬਦਾਵਲੀ ਵੀ ਭਾਵਾਂ ਦੇ ਅਨੁਸਾਰ ਆ, ਫੀਲਿੰਗਸ ਦੇ ਅਨੁਸਾਰ ਆ। ਤੇ ਸ਼ਬਦਾਂ ਦੀ ਜੜਤ, ਘੜਤ ਤੇ ਵਰਤੋਂ ਵੀ ਸ਼ਲਾਘਾਯੋਗ ਆ, ਪ੍ਰਸ਼ੰਸਾਯੋਗ ਆ। ਤੇ ਇਸ ਦਾ ਵਰਣਨ ਢੰਗ ਵੀ ਬਹੁਤ ਹੀ ਪ੍ਰਭਾਵਸ਼ਾਲੀ ਆ। ਸੋ ਇਹਨਾਂ ਸਾਰੇ ਗੁਣਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਚੰਡੀ ਦੀ ਵਾਰ ਸਮੁੱਚੇ ਪੰਜਾਬੀ ਵੀਰ ਕਾਵਿ ਦੇ ਵਿੱਚ ਇੱਕ ਸਰਬੋਤਮ ਤੇ ਪਹਿਲੀ ਵੀਰ ਕਾਵਿ ਰਚਨਾ। ਹਾਂਜੀ, ਜੇ ਤੁਹਾਨੂੰ ਕੁਐਸਚਨ ਆਉਂਦਾ ਕਿ ਵੀਰ ਕਾਵਿ ਦਾ ਮੁੱਢ ਤੇ ਵਿਕਾਸ, ਵੀਰ ਕਾਵਿ ਦਾ ਮੁੱਢ ਤੇ ਵਿਕਾਸ, ਜਾਂ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਵੀਰ ਕਾਵਿ ਦੀਆਂ ਪ੍ਰਾਪਤੀਆਂ, ਠੀਕ ਹੈ, ਵੀਰ ਕਾਵਿ ਤੇ ਨਿਕਾਸ ਤੇ ਵਿਕਾਸ, ਮੁੱਢ ਤੇ ਵਿਕਾਸ ਜਾਂ ਨਿਕਾਸ ਤੇ ਵਿਕਾਸ, ਵੀਰ ਕਾਵਿ ਦੀਆਂ ਕੀ ਪ੍ਰਾਪਤੀਆਂ ਸੀ, ਤਾਂ ਤੁਸੀਂ ਕਿਵੇਂ ਕੁਐਸਚਨ ਕਰਨਾ ਹੁਣ। ਤਾਂ ਇਹਦੇ ਵਿੱਚ ਪਹਿਲਾਂ ਤਾਂ ਵੀਰ ਕਾਵਿ ਬਾਰੇ ਇੰਟਰੋਡਕਸ਼ਨ ਦੇ ਦਾਂਗੇ, ਫਿਰ ਉਸ ਤੋਂ ਬਾਅਦ ਆਪਾਂ ਚੰਡੀ ਦੀ ਵਾਰ, ਫਿਰ ਨਜਾਬਤ ਦੀ ਵਾਰ ਥੋੜ੍ਹਾ ਜਿਹਾ ਵੇਰਵਾ, ਫਿਰ ਚੱਠਿਆਂ ਦੀ ਵਾਰ, ਠੀਕ ਹੈ, ਥੋੜ੍ਹਾ ਵੇਰਵਾ ਦੇ ਦੇਣਾ ਉਹ ਸਾਰਾ। ਸੋ ਆਪਾਂ ਈਜ਼ੀ ਵੇ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਹੁਣ ਆਮ ਜਾਣਕਾਰੀ ਭਾਵ ਕਿ ਜਾਣ ਪਛਾਣ ਆ ਗਿਆ। ਵੀਰ ਕਾਵਿ ਤੋਂ ਭਾਵ ਕੀ ਆ, ਉਹਨਾਂ ਕਾਵਿ ਰਚਨਾਵਾਂ ਤੋਂ ਜਿਨ੍ਹਾਂ ਵਿੱਚ ਵੀਰਤਾ ਦਾ ਵਰਣਨ ਹੋਵੇ, ਜਿਨ੍ਹਾਂ ਦੇ ਵਿੱਚ ਵੀਰਤਾ ਦਿਖਾਈ ਗਈ ਹੋਵੇ, ਬਹਾਦਰੀ ਦਿਖਾਈ ਗਈ ਹੋਵੇ, ਉਹਨੂੰ ਆਪਾਂ ਕਹਾਂਗੇ ਵੀਰ ਕਾਵਿ। ਤੇ ਅਜਿਹੀਆਂ ਰਚਨਾਵਾਂ ਦਾ ਵਿਸ਼ਾ ਕੀ ਹੁੰਦਾ, ਯੁੱਧ ਵਰਣਨ, ਯੁੱਧ ਦਾ ਵਰਣਨ ਕਰਿਆ ਵਾ ਹੁੰਦਾ। ਤੇ ਯੋਧਿਆਂ ਦਾ ਜਸ ਗਾਇਨ ਕੀ ਹੋਗਾ, ਯੋਧਿਆਂ ਦੀ ਪ੍ਰਸ਼ੰਸਾ ਕੀਤੀ ਵੀ ਹੁੰਦੀ ਆ, ਬਹਾਦਰਾਂ ਦੀ। ਤੇ ਇਹਨਾਂ ਦਾ ਪ੍ਰਧਾਨ ਰਸ ਕਿਹੜਾ ਹੁੰਦਾ, ਵੀਰ ਰਸ। ਵੀਰ ਕਾਵਿ ਦਾ ਪ੍ਰਧਾਨ ਰਸ ਕੀ ਹੁੰਦਾ, ਵੀਰ ਰਸ। ਪਰ ਯੁੱਧ ਭੂਮੀ ਦੇ ਨਾਲ ਸੰਬੰਧਿਤ ਹੋਰ ਰਸ ਜਿਵੇਂ ਕਿ ਭਿਆਨਕ ਰਸ, ਰੌਦਰ ਰਸ, ਪੀੜਤ ਰਸ, ਇਹ ਵੀ ਸਹਾਇਕ ਹੁੰਦੇ ਨੇ। ਤੇ ਵੀਰ ਕਾਵਿ ਦਾ ਰੂਪ ਕਿਸੇ ਵਾਂਗ ਹੀ ਵਿਰਤਾਂਤਿਕ ਹੁੰਦਾ। ਕੀ ਹੁੰਦਾ, ਵਿਰਤਾਂਤਿਕ ਹੁੰਦਾ। ਤੇ ਵੀਰ ਕਾਵਿ ਦੇ ਦੋ ਭੇਦ ਮੰਨੇ ਜਾਂਦੇ ਨੇ, ਇੱਕ ਵਾਰ ਤੇ ਦੂਜਾ ਜੰਗਨਾਮਾ। ਭਾਵ ਕਿ ਦੋ ਇਹਦੇ ਹੁੰਦੇ ਨੇ ਭਾਗ, ਇੱਕ ਵਾਰ ਤੇ ਦੂਜਾ ਜੰਗਨਾਮਾ। ਵਾਰ ਕੀ ਹੁੰਦੀ ਆ, ਵਾਰ ਸ਼ਬਦ ਦੇ ਕਈ ਅਰਥ ਨੇ, ਜਿਵੇਂ ਵਾਰ ਕਰਨਾ, ਟੱਕਰ ਲੈਣੀ, ਪ੍ਰਸ਼ੰਸਾ ਕਰਨੀ, ਵਾਰਾਂ ਗਾਉਣਾ। ਪਰ ਵਾਰ ਕਾਵਿ ਦੇ ਵਿੱਚ ਦੋ ਧਿਰਾਂ ਦੀ ਟੱਕਰ ਨੂੰ ਵਿਸ਼ਾ ਬਣਾਇਆ ਜਾਂਦਾ। ਮਤਲਬ ਕਿ ਵਾਰ ਕਾਵਿ ਦੇ ਵਿੱਚ ਦੋ ਧਿਰਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਟੱਕਰ ਹੁੰਦੀ ਆ ਉਹਨੂੰ ਵਿਸ਼ਾ ਬਣਾਇਆ ਜਾਂਦਾ, ਜਿਹਦੇ ਵਿੱਚ ਇੱਕ ਨਾਇਕ ਧਿਰ ਹੁੰਦੀ ਹੈ ਤੇ ਦੂਜੀ ਖਲਨਾਇਕ। ਇੱਕ ਨਾਇਕ ਤੇ ਦੂਜੀ ਖਲਨਾਇਕ। ਨਾਇਕ ਧਿਰ ਨੂੰ ਆਮ ਤੌਰ 'ਤੇ ਜੇਤੂ ਦਿਖਾਇਆ ਜਾਂਦਾ। ਜੇਤੂ ਦਿਖਾ ਕੇ ਪਾਠਕਾਂ ਤੇ ਸਰੋਤਿਆਂ ਦੇ ਹੌਸਲੇ ਬੁਲੰਦ ਕੀਤੇ ਜਾਂਦੇ ਨੇ। ਤੇ ਯੋਧਿਆਂ ਤੇ ਸੂਰਵੀਰ ਨਾਇਕਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਤੇ ਜੰਗਨਾਮਾ ਕੀ ਹੁੰਦਾ, ਜੰਗਨਾਮਾ ਦੋ ਧਿਰਾਂ ਦੇ ਵਿਚਕਾਰ ਲੜੀ ਗਈ ਕਿਸੇ ਜੰਗ ਦਾ ਬਿਰਤਾਂਤ ਹੁੰਦਾ। ਜੰਗਨਾਮਾ ਕੀ ਹੁੰਦਾ, ਦੋ ਧਿਰਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਹੜੀ ਲੜੀ ਗਈ ਜੰਗ ਦਾ ਬਿਰਤਾਂਤ ਹੁੰਦਾ ਜੰਗਨਾਮਾ। ਤੇ ਇਸ ਕਾਵਿ ਭੇਦ ਦੇ ਕੁਝ ਲੱਛਣ ਵਾਰ ਵਾਲੇ ਹੀ ਹੁੰਦੇ ਨੇ, ਪਰ ਇਹਦੇ ਲਈ ਜ਼ਰੂਰੀ ਨਹੀਂ ਕਿ ਲੇਖਕ ਨਾਇਕ ਧਿਰ ਨੂੰ ਹੀ ਜੇਤੂ ਦਿਖਾਵੇ। ਮਤਲਬ ਕਿ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿਰਫ ਜੇਤੂ ਧਿਰ ਨੂੰ ਹੀ ਨਾਇਕ ਦਿਖਾਇਆ ਜਾਵੇ ਜੰਗਨਾਮੇ ਦੇ ਵਿੱਚ। ਜੰਗਨਾਮੇ ਦਾ ਮੇਨ ਮਕਸਦ ਕੀ ਹੁੰਦਾ, ਮੇਨ ਮਨਰਥ ਕੀ ਹੁੰਦਾ, ਕੇਵਲ ਜੰਗ ਦਾ ਵਰਣਨ ਕਰਨਾ। ਤੇ ਜੰਗਨਾਮੇ ਵਿੱਚ ਕਈ ਵਾਰੀ ਜਿਹੜੀ ਕਿ ਨਾਇਕ ਧਿਰ ਹਾਰਦੀ ਵੀ ਦਿਖਾਈ ਜਾਂਦੀ ਆ। ਹਾਂਜੀ, ਇਹਦੇ ਵਿੱਚ ਕੀ ਵਿਸ਼ੇਸ਼ਤਾ ਕਿ ਜੰਗਨਾਮੇ ਦੇ ਵਿੱਚ ਜਿਹੜਾ ਨਾਇਕ ਧਿਰ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਜੇਤੂ ਰਹਿੰਦਾ, ਉਹ ਕਈ ਵਾਰ ਹਾਰਦਾ ਵੀ ਦਿਖਾਇਆ ਜਾਂਦਾ। ਤੇ ਇਹਦਾ ਮੇਨ ਮਕਸਦ ਕੀ ਹੁੰਦਾ, ਮੁੱਖ ਮਨੋਰਥ ਕੀ ਹੁੰਦਾ, ਯੁੱਧ ਦਾ ਬਿਆਨ ਕਰਨਾ, ਯੁੱਧ ਦਾ ਵਰਣਨ ਕਰਨਾ। ਤੇ ਵੀਰ ਕਾਵਿ ਲਈ ਕਈ ਛੰਦ ਵਰਤੇ ਜਾਂਦੇ ਨੇ, ਜਿਵੇਂ ਨਿਸ਼ਾਨੀ ਛੰਦ, ਬੈਂਤ, ਸਵਈਆ, ਕੁੰਡਲੀਆਂ। ਪਰ ਕਈ ਵਾਰੀ ਆਮ ਤੌਰ 'ਤੇ ਨਿਸ਼ਾਨੀ ਛੰਦ ਪੌੜੀ ਰੂਪ ਦੇ ਵਿੱਚ ਹੀ ਵਧੇਰੇ ਵਰਤਿਆ ਜਾਂਦਾ। ਤੇ ਵਾਰਾਂ ਵਿਸ਼ੇਸ਼ ਤੌਰ 'ਤੇ ਗਾਉਣ ਲਈ ਰਚੇ ਜਾਂਦੇ ਨੇ। ਪੰਜਾਬ ਦੇ ਵਿੱਚ ਹੁਣ ਤੱਕ ਭੱਟ ਤੇ ਢਾਡੀ ਵਾਰਾਂ ਗਾਉਂਦੇ ਨੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਅਗਰ ਆਹ ਪੈਰਾ ਕਰਨਾ ਹੋਇਆ ਤਾਂ ਕਰ ਸਕਦੇ ਹੋ, ਨਹੀਂ ਇਹਨੂੰ ਛੱਡ ਸਕਦੇ ਹੋ। ਫਿਰ ਤੁਸੀਂ ਕਹਿ ਰਹੇ ਨੇ ਅਧਿਆਤਮਕ ਵਾਰਾਂ।
ਮੁਗਲ ਕਾਲ ਦੇ ਵਿੱਚ ਸਿੱਖ ਗੁਰੂਆਂ ਨੇ ਜੋ ਅਧਿਆਤਮਕ ਵਾਰਾਂ ਰਚੀਆਂ ਨੇ ਉਹਨਾਂ ਦੀ ਗਿਣਤੀ 22 ਆ। ਮਤਲਬ ਕਿ ਸਿੱਖ ਗੁਰੂਆਂ ਦੁਆਰਾ ਰਚੀਆਂ ਗਈਆਂ ਵਾਰਾਂ ਦੀ ਗਿਣਤੀ ਕਿੰਨੀ ਆ? 22 ਜਿਨ੍ਹਾਂ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 3 ਵਾਰਾਂ ਨੇ ਫਸਟ ਗੁਰੂ ਦੀਆਂ, ਠੀਕ ਹੈ। ਫਸਟ ਗੁਰੂ ਦੀਆਂ ਕਿੰਨੀਆਂ ਵਾਰਾਂ ਨੇ? 3 ਨੇ। ਸੈਕਿੰਡ ਉਸ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਸੈਕਿੰਡ ਦੀਆਂ ਨਹੀਂ ਹੈਗੀਆਂ। ਥਰਡ ਗੁਰੂ ਸਾਹਿਬਾਨ ਦੀਆਂ ਹੈਗੀਆਂ ਨੇ ਜਿਹੜੇ ਕਿ 4 ਵਾਰਾਂ, ਅਤੇ ਗੁਰੂ ਰਾਮਦਾਸ ਜੀ ਫੋਰਥ ਗੁਰੂ ਦੀਆਂ ਹੈਗੀਆਂ ਨੇ ਜਿਹੜੇ ਕਿ 8 ਵਾਰਾਂ, ਅਤੇ ਪੰਜਵੇਂ ਪਾਤਸ਼ਾਹ ਜੀ ਦੀਆਂ ਹੈਗੀਆਂ ਨੇ 6 ਵਾਰਾਂ, ਅਤੇ ਇੱਕ ਸੱਤਾ ਅਤੇ ਬਲਵੰਤ ਦੀ। ਮਤਲਬ ਕਿ ਤੁਸੀਂ ਇਹਨੂੰ ਕੋਡ ਵਰਡ ਯਾਦ ਰੱਖ ਸਕਦੇ ਹੋ 3486। 3486 3486 ਦੇ ਵਿੱਚ ਦੂਜੇ ਗੁਰੂ ਨਹੀਂ ਹੈ, ਫਿਰ ਪਹਿਲੇ ਗੁਰੂ, ਤੀਜੇ ਗੁਰੂ, ਚੌਥੇ ਗੁਰੂ, ਪੰਜਵੇਂ ਗੁਰੂ। 3486 ਅਤੇ ਇੱਕ ਸੱਤਾ ਅਤੇ ਬਲਵੰਤ ਦੀ ਵਾਰ। ਹਾਂਜੀ, ਮਤਲਬ ਕਿ 3 ਹੈਡਿੰਗ ਹੋ ਗਏ ਤੁਹਾਡੇ। ਇੱਕ ਤਾਂ ਪਹਿਲਾਂ ਜਾਣਕਾਰੀ ਹੋ ਗਿਆ, ਆਮ ਜਾਣ ਪਛਾਣ, ਫਿਰ ਉਸ ਤੋਂ ਬਾਅਦ ਵੀਰ ਕਾਵਿ ਦੇ ਭੇਦ ਹੋ ਗਏ 2, ਜੰਗਨਾਮਾ ਅਤੇ ਵਾਰ। ਵਾਰ ਦੀ ਪਰਿਭਾਸ਼ਾ ਦਿੱਤੀ, ਫਿਰ ਜੰਗਨਾਮੇ ਦੀ ਪਰਿਭਾਸ਼ਾ ਦਿੱਤੀ, ਫਿਰ ਅੱਗੇ ਅਧਿਆਤਮਕ ਵਾਰਾਂ। ਹਾਂਜੀ, ਜਿਹੜੀਆਂ ਅਧਿਆਤਮਕ ਵਾਰਾਂ ਨੇ ਇਹਨਾਂ ਨੂੰ ਸ਼ੁੱਧ ਵੀਰ ਕਾਵਿ ਦੇ ਵਿੱਚ ਨਹੀਂ ਰੱਖਿਆ ਜਾਂਦਾ, ਕਿਉਂਕਿ ਇਹਨਾਂ ਦੇ ਵਿੱਚ ਨਾ ਤਾਂ ਕਿਸੇ ਵਾਰਮੁਖੀ ਯੁੱਧ ਦਾ ਵਰਣਨ ਹੁੰਦਾ ਅਤੇ ਨਾ ਹੀ 2 ਵੀਰ ਪੁਰਸ਼ਾਂ ਦੇ ਵਿੱਚ ਯੁੱਧ ਹੁੰਦਾ। ਅਸਲ ਦੇ ਵਿੱਚ ਇਹਦੇ ਵਿੱਚ ਮਨੁੱਖ ਦੇ ਚਰਿੱਤਰ ਦੇ ਜਿਹੜੇ ਗੁਣ ਨੇ, ਵਿਕਾਰ ਨੇ, ਉਹਨਾਂ ਵਿਚਾਲੇ ਨੇਕੀ, ਬਦੀ, ਝੂਠ, ਸੱਚ ਦਾ ਵਰਣਨ ਕੀਤਾ ਹੁੰਦਾ ਅਧਿਆਤਮਕ ਵਾਰਾਂ ਦੇ ਵਿੱਚ। ਅਤੇ ਇਹ ਉਪਦੇਸ਼ਤਮਕ ਸਾਹਿਤ ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਵਿੱਚ ਜਸ ਗਾਇਨ ਕਿਹਦਾ ਹੁੰਦਾ? ਰੱਬ ਦਾ, ਰੱਬ ਰੂਪ ਭਗਤਾਂ ਦਾ, ਸੰਤਾਂ ਗੁਰੂਆਂ ਦਾ। ਅਤੇ ਆਪਣੇ ਛੰਦ ਦੇ ਕਾਰਨ ਅਤੇ ਰੂਪਕ ਬਣਤਰ ਕਾਰਨ ਇਹਨਾਂ ਨੂੰ ਵਾਰਾਂ ਹੀ ਆਖਿਆ ਜਾਂਦਾ। ਅਤੇ ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਲਿਖੀਆਂ ਨੇ? 39 ਵਾਰਾਂ ਲਿਖੀਆਂ ਨੇ। ਅਤੇ ਉਸ ਤੋਂ ਬਾਅਦ ਹੁਣ ਪ੍ਰਮੁੱਖ ਵਾਰਾਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਆਪਾਂ ਨੇ ਵਰਣਨ ਕਰਨਾ ਵੀਰ ਕਾਵਿ ਦੇ ਵਿੱਚ ਕਿਹੜੇ ਆਉਣਗੇ? ਚੰਡੀ ਦੀ ਵਾਰ, ਵਾਰ ਨਾਦਰ ਸ਼ਾਹ, ਚੱਠਿਆਂ ਦੀ ਵਾਰ, ਜੰਗਨਾਮਾ, ਸ਼ਾਹ ਮੁਹੰਮਦ। ਹਾਂਜੀ, ਆਪਾਂ ਚੰਡੀ ਦੀ ਵਾਰ ਹੁਣ ਆਪਾਂ ਨੇ ਕਰੇ ਲਿਆ, ਤੁਸੀਂ ਇਹਦੇ ਵਿੱਚ ਇਹ ਐਡ ਕਰ ਦੇਣਾ। ਹੁਣ ਇਹਦੇ ਵਿੱਚੋਂ ਜਦੋਂ ਇਹ ਕੁਐਸਚਨ ਵੀਰ ਕਾਵਿ ਦੇ ਮੁੱਢੇ 'ਤੇ ਵਿਕਾਸ ਆਊਗਾ, ਚੰਡੀ ਦੀ ਵਾਰ ਦਾ ਥੋੜ੍ਹਾ ਵੇਰਵਾ ਦੇਣਾ, ਮੇਨ, ਠੀਕ ਹੈ। ਮੇਨ ਤੁਸੀਂ ਲਿਖ ਦੇਣਾ ਇਹਦੇ ਵਿੱਚੋਂ। ਫਿਰ ਹੁਣ ਆਪਾਂ ਕਰਦੇ ਹਾਂ ਅੱਗੇ ਵਾਰ ਨਾਦਰ ਸ਼ਾਹ। ਵਾਰ ਨਾਦਰ ਸ਼ਾਹ ਜਿਹਦੇ ਵਿੱਚ ਨਜਾਵਤ ਦੀ ਰਚਨਾ ਹੈ। ਵਾਰ ਨਾਦਰ ਸ਼ਾਹ ਕਿਹਨੇ ਲਿਖੀ ਆ? ਨਜਾਵਤ ਨੇ ਲਿਖੀ ਆ, ਜਿਹਦੇ ਵਿੱਚ ਨਾਦਰ ਸ਼ਾਹ ਦੇ ਹਮਲੇ ਦਾ ਵਰਣਨ ਕੀਤਾ ਹੋਇਆ। ਨਾਦਰ ਸ਼ਾਹ ਹਮਲਾ ਜਿਹੜਾ ਜ਼ਕਰੀਆ ਖਾਨ ਦੇ ਸਮੇਂ ਦੇ ਵਿੱਚ ਕਰਦਾ, ਫਿਰ ਜਦੋਂ ਵਾਪਸ ਉੱਥੋਂ ਆਉਂਦਾ, ਈਰਾਨ ਤੋਂ ਆਉਂਦਾ, ਉਹ ਨਾਦਰ ਸ਼ਾਹ ਈਰਾਨ ਤੋਂ ਆਉਂਦਾ, ਤਾਂ ਜਦੋਂ ਆਪਣਾ ਸਾਰਾ ਭਾਰਤ ਦੇ ਵਿੱਚੋਂ ਧਨ ਦੌਲਤ ਲੈ ਕੇ ਵਾਪਸ ਜਾ ਰਿਹਾ ਹੁੰਦਾ, ਤਾਂ ਉਹਨੂੰ ਸਿੱਖ ਜਿਹੜੇ ਕਿ ਲੁੱਟ ਲੈਂਦੇ ਨੇ। ਫਿਰ ਉਹ ਜ਼ਕਰੀਆ ਖਾਨ ਨੂੰ ਚੇਤਾਵਨੀ ਦਿੰਦਾ ਵੀ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਸਿੱਖ ਜਿਹੜੇ ਕਿ ਪੰਜਾਬ 'ਤੇ ਕਬਜ਼ਾ ਕਰ ਲੈਣਗੇ। ਇਹਦੇ ਵਿੱਚ 1739 ਈਸਵੀ ਦੇ ਵਿੱਚ ਇਹਦੇ ਹਮਲੇ ਦਾ ਵਰਣਨ ਹੋਇਆ ਨਾਦਰ ਸ਼ਾਹ ਦਾ। ਨਜਾਵਤ ਨੇ ਜਿਹੜੀ ਲਿਖੀ ਹੋਈ ਆ। ਹਾਂਜੀ, ਵਾਰ ਨਾਦਰ ਸ਼ਾਹ ਨਜਾਵਤ ਦੀ ਲਿਖੀ ਹੋਈ ਹੈ। ਨਜਾਵਤ ਪਿੰਡ ਮਦੀਲਾ, ਹਰਲਾ ਜ਼ਿਲ੍ਹਾ, ਸ਼ਾਹਪੁਰ ਦਾ ਵਸਨੀਕ ਸੀ, ਅਤੇ 19ਵੀਂ ਸਦੀ ਦੇ ਆਰੰਭ ਦਾ ਮੰਨਿਆ ਜਾਂਦਾ ਉਹਦਾ ਸਮਾਂ ਹੈ। ਅਤੇ ਇਸ ਵਾਰ ਨੂੰ ਨਜਾਵਤ ਦੀ ਵਾਰ ਵੀ ਕਹਿੰਦੇ ਨੇ। ਇਹਦੇ ਵਾਰ ਦੇ ਵਿੱਚ ਕੀ ਆ? ਨਾਦਰ ਸ਼ਾਹ ਦੇ ਹਮਲੇ ਨੂੰ ਵਿਸ਼ਾ ਬਣਾਇਆ ਗਿਆ। ਹੁਣ ਤੁਸੀਂ ਹੈਡਿੰਗ ਕੱਢ ਸਕਦੇ ਹੋ, ਪਹਿਲਾਂ ਤਾਂ ਜਾਣ ਪਛਾਣ, ਫਿਰ ਵਿਸ਼ਾ। ਹੁਣ ਨਾਦਰ ਸ਼ਾਹ ਦੀ ਵਾਰ ਦਾ ਵਿਸ਼ਾ ਕੀ ਆ? ਨਾਦਰ ਸ਼ਾਹ ਦੇ ਹਮਲੇ ਦਾ ਵਰਣਨ। ਜਾਂ ਆਪਾਂ ਕਹਿ ਸਕਦੇ ਵੀ ਨਜਾਵਤ ਦੀ ਵਾਰ ਦਾ ਵਿਸ਼ਾ ਕੀ ਆ? ਨਾਦਰ ਸ਼ਾਹ ਦੇ ਹਮਲੇ ਦਾ ਵਰਣਨ। ਨਾਦਰ ਸ਼ਾਹ ਨੇ ਪਿਛਲੇ ਮੁਗਲ ਕਾਲ 1739 ਵਿੱਚ ਭਾਰਤ 'ਤੇ ਹਮਲਾ ਕਰਦਾ, ਅਤੇ ਦਿੱਲੀ ਦੇ ਤਖਤ 'ਤੇ ਉਸ ਸਮੇਂ ਕੌਣ ਸੀ? ਸ਼ਾਹ ਮੁਹੰਮਦ ਰੰਗੀਲਾ। ਅਤੇ ਰੰਗੀਲਾ ਕੈਸ਼ ਪ੍ਰਸਤ ਬਾਦਸ਼ਾਹ ਸੀ, ਉਹਨੂੰ ਕੋਈ ਵੀ ਆਪਸ 'ਚ ਉਲਝਿਆ ਰਹਿੰਦਾ ਸੀ, ਉਹਨੂੰ ਕੋਈ ਨਹੀਂ ਸੀ ਮਤਲਬ ਕਿ ਚੰਗੇ ਢੰਗ ਦੇ ਨਾਲ ਸ਼ਾਸਨ ਨਹੀਂ ਸੀ ਕਰ ਰਿਹਾ, ਅਤੇ ਫੌਜੀ ਸ਼ਕਤੀ ਢਿੱਲੀ ਪੈ ਚੁੱਕੀ ਸੀ। ਅਜਿਹੇ ਨਾਜ਼ੁਕ ਸਮੇਂ ਦੇ ਵਿੱਚ ਨਾਦਰ ਸ਼ਾਹ ਨੇ ਭਾਰਤ 'ਤੇ ਹਮਲਾ ਕੀਤਾ, ਅਤੇ ਨਜਾਵਤ ਨੇ ਇਹ ਵਾਰ ਦਿੱਲੀ ਦਰਬਾਰ ਦੀ ਫੁੱਟ ਤੋਂ ਸ਼ੁਰੂ ਕੀਤੀ। ਅਤੇ ਵਾਰ ਦਾ ਆਰੰਭ ਬੜਾ ਨਾਟਕੀ ਲੇਖਕ ਨੇ ਕਲ ਅਤੇ ਨਾਰਦ ਦੇ 2 ਮਿਥਿਹਾਸਿਕ ਪਾਤਰ ਘੜ ਕੇ ਉਹਨਾਂ ਦੀ ਆਪਸੀ ਲੜਾਈ ਰਾਹੀਂ ਇਸ ਫੁੱਟ ਨੂੰ ਮੂਰਤੀਮਾਨ ਕੀਤਾ। ਕਲ ਨਾਰਦ, ਕਲ ਕੀ ਆ? ਔਰਤ ਹੈ, ਨਾਰਦ ਕੀ ਆ? ਮਰਦ ਆ। ਜਿਹੜੀ ਇਹਨਾਂ ਦੀ ਆਪਸ 'ਚ ਲੜਾਈ ਪੈਂਦੀ ਆ, ਤਾਂ ਇਹ ਫਿਰ ਜਿਹੜੇ ਕਿ ਭੜਕਾਉਂਦੇ ਨੇ। ਕਾਲਾ ਜਿਹੜੇ ਕਿ ਨਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਜਾਂਦੀ ਹੈ, ਅਤੇ ਨਾਦਰ ਸ਼ਾਹ ਨੂੰ ਈਰਾਨ ਦੇ ਵਿੱਚ ਨਾਦਰ ਸ਼ਾਹ ਨੂੰ ਜਿਹੜੇ ਕਿ ਦਿੱਲੀ ਭਾਰਤ 'ਤੇ ਹਮਲਾ ਕਰਨ ਦੇ ਲਈ ਭੜਕਾਉਂਦੀ ਆ। ਅਤੇ ਉੱਧਰੋਂ ਜਿਹੜਾ ਨਾਰਦ ਕਿਹਨੂੰ ਭੜਕਾਉਂਦਾ? ਮੁਹੰਮਦ ਸ਼ਾਹ ਰੰਗੀਲਾ ਨੂੰ ਭੜਕਾਉਂਦਾ, ਜਿਹੜਾ ਦਿੱਲੀ ਦੇ ਵਿੱਚ ਰਾਜ ਕਰ ਰਿਹਾ ਹੁੰਦਾ। ਭਾਵ ਕਿ ਦੋਨਾਂ ਨੂੰ ਆਪਸ ਦੇ ਵਿੱਚ ਭੜਕਾਉਂਦੇ ਨੇ ਇਹ। ਨਾਦਰ ਸ਼ਾਹ ਨੂੰ ਤਾਂ ਈਰਾਨ ਦੇ ਵਿੱਚੋਂ ਕਹਿੰਦੇ ਨੇ ਕਿ ਭਾਰਤ 'ਤੇ ਹਮਲਾ ਕਰੇ ਆ ਕੇ, ਅਤੇ ਇੱਧਰੋਂ ਮੁਹੰਮਦ ਸ਼ਾਹ ਰੰਗੀਲਾ ਨੂੰ ਕਹਿੰਦੇ ਨੇ ਕਿ ਉਹ ਜਿਹੜੇ ਕਿ ਕਿਹਦੇ ਵਿਰੁੱਧ ਭੜਕਾਉਂਦੇ ਨੇ ਉਹਨੂੰ? ਨਾਦਰ ਸ਼ਾਹ ਦੇ ਵਿਰੁੱਧ। ਅਸਲ ਦੇ ਵਿੱਚ ਇਹ ਦੋਨੇ ਪਾਤਰ ਹੈ ਜਿਹੜੇ ਕਿ ਉਹਨਾਂ ਰਾਜਿਆਂ ਦੇ ਵਜ਼ੀਰਾਂ ਦੇ ਪ੍ਰਤੀਕ ਨੇ, ਜਿਨ੍ਹਾਂ ਨੇ ਆਪਣੇ ਸਵਾਰਥ ਲਈ ਭਾਰਤ ਨੂੰ ਜੰਗ ਦੇ ਮੂੰਹ ਦੇ ਵਿੱਚ ਧਕੇਲ ਦਿੱਤਾ। ਮਤਲਬ ਕਿ ਉਹ ਵਜ਼ੀਰ ਨੇ ਜਿਹੜੇ ਕਿ ਭਾਰਤ ਨੂੰ ਆਪਾਂ ਕਹਿ ਸਕਦੇ ਕਿ ਜੰਗ ਦੇ ਮੂੰਹ ਦੇ ਵਿੱਚ ਧਕੇਲਦੇ ਨੇ, ਨਾਲ ਦੀ ਨਾਲ ਭੜਕਾਉਂਦੇ ਨੇ, ਨਾਲ ਦੀ ਨਾਲ ਉੱਧਰੋਂ ਭੜਕਾਉਂਦੇ ਨੇ ਇੱਧਰ ਹਮਲਾ ਕਰਨ ਦੇ ਲਈ।
ਜਿਵੇਂ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਲਾਲ ਸਿੰਘ ਤੇ ਤੇਜਾ ਸਿੰਘ ਸੀ। ਲਾਲ ਸਿੰਘ ਪ੍ਰਧਾਨ ਮੰਤਰੀ, ਤੇਜ ਸਿੰਘ ਸੀ ਸੈਨਾਪਤੀ, ਜਿਹੜੇ ਸਿੱਖਾਂ ਨੂੰ ਜਿਹੜੇ ਕਿ ਹਮਲਾ ਕਰਨ ਲਈ ਅੰਗਰੇਜ਼ਾਂ ਵੱਲ ਭੜਕਾਉਂਦੇ ਸੀ, ਬਾਅਦ ਦੇ ਵਿੱਚ ਅੰਗਰੇਜ਼ਾਂ ਨਾਲ ਹੀ ਮਿਲ ਜਾਂਦੇ ਸੀ। ਤੇ ਕੱਲ ਅਰਥਾਤ ਕਲੇਸ਼ ਦੀ ਤਸਵੀਰ ਨਜਾਬਤ ਨੇ ਬੜੇ ਸੁੰਦਰ ਢੰਗ ਦੇ ਨਾਲ ਖਿੱਚੀ। ਇਹਦੇ ਵਿੱਚ ਭਾਵ ਕਿ ਇਹਦੇ ਵਿੱਚ ਵਰਣਨ ਕੀਤਾ ਹੋਇਆ, ਬਾਦਸ਼ਾਹ ਆਖੇ ਵਜ਼ੀਰ ਨੂੰ ਇੱਕ ਅਜਬ ਜਨਾਨੀ, ਉਹ ਆਵੇ ਸਾਡੇ ਸਾਹਮਣੇ ਹਰ ਰੋਜ਼ ਮੈਦਾਨੀ, ਉਹਦਾ ਸਿਰ ਖੁੱਲਾ ਦੰਦ ਦਰਾਜ਼ ਤੇ ਸਿਆਹ ਪੇਸ਼ਾਨੀ, ਉਹ ਆਦਮੀਆਂ ਦੀ ਰੱਤ ਮਿੱਝ ਮੰਗੇ ਮਿਜਵਾਨੀ। ਹਾਂਜੀ, ਇਹਨਾਂ ਦੇ ਵਿੱਚੋਂ ਕਿਸੇ ਇੱਕ ਲਾਈਨ ਜੇ ਦੋ ਨਹੀਂ ਯਾਦ ਹੋ ਸਕਦੇ, ਇੱਕ ਤਾਂ ਜ਼ਰੂਰ ਕਰ ਲੈਣੀ ਆ। ਹਾਂਜੀ, ਮੰਨਿਆ ਜਾਂਦਾ ਕਿ ਨਜਾਬਤ ਦੀ ਵਾਰ ਆਪਣੇ ਅਧੂਰੇ ਰੂਪ ਦੇ ਵਿੱਚ ਪ੍ਰਾਪਤ ਹੁੰਦੀ ਹੈ। ਤਾਂ ਹੁਣ ਇਹਦੇ ਵਿੱਚ ਅਗਲਾ ਹੈਡਿੰਗ ਬਣਾ ਦੋਗੇ ਤੁਸੀਂ, ਵਿਸ਼ੇਸ਼ਤਾਵਾਂ। ਤਾਂ ਇਹਦੇ ਵਿੱਚ ਕੀ ਆ, ਪਹਿਲਾਂ ਤਾਂ 86 ਪੌੜੀਆਂ ਨੇ। ਨਾਦਰ ਸ਼ਾਹ ਦੀ ਵਾਰ, ਨਜਾਬਤ ਦੀ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਨੇ? 86 ਪੌੜੀਆਂ ਨੇ, ਪਰ ਇਹ ਵਾਰ ਅਧੂਰੇ ਰੂਪ ਦੇ ਵਿੱਚ ਪ੍ਰਾਪਤ ਹੋਈ ਆ। ਤੇ ਇਸ ਦੇ ਵਿੱਚ ਦਿੱਲੀ ਦੇ ਜਿਹੜੇ ਕਿ ਦਿੱਲੀ ਦੇ ਕਤਲੇਆਮ ਦਾ ਕੋਈ ਜ਼ਿਕਰ ਨਹੀਂ ਹੈਗਾ। ਨਾਦਰ ਸ਼ਾਹ ਦੀ ਜਿਹੜੀ ਵਾਰ ਹੈ, ਇਹਦੇ ਵਿੱਚ ਦਿੱਲੀ ਦੇ ਕਤਲੇਆਮ ਦਾ ਕੋਈ ਵਰਣਨ ਨਹੀਂ ਹੈਗਾ। ਇਹ ਵੀ ਵੈਰੀ ਵੈਰੀ ਇੰਪੋਰਟੈਂਟ ਸ਼ਾਰਟ ਕੁਐਸਚਨ ਵਾਲੀ ਹੈ ਲਾਈਨ। ਇਸ ਤੋਂ ਇਲਾਵਾ ਸ਼ਾਇਦ ਇਸ ਵਾਰ ਦਾ ਕੁਝ ਹਿੱਸਾ ਗੁੰਮ ਗਿਆ ਹੋਊਗਾ। ਉਂਝ ਨਜਾਬਤ ਨੂੰ ਵਾਰ ਰਚਨਾ ਦੀ ਕਾਫੀ ਸੂਝ ਸੀ, ਜਿਸ ਕਰਕੇ ਇਸ ਵਾਰ ਦੀ ਮਹਾਨਤਾ ਯੁੱਧ ਵਰਣਨ ਦੀ ਦ੍ਰਿਸ਼ਟੀ ਤੋਂ ਤੇ ਕਵੀ ਦਾ ਜਿਹੜਾ ਬਿਆਨ ਢੰਗ ਉਹ ਰਸ ਭਰਪੂਰ ਆ। ਨਾਦਰ ਸ਼ਾਹ ਦੀ ਫੌਜ ਦੇ ਜ਼ੁਲਮਾਂ ਦਾ ਵਰਣਨ ਬੜੇ ਕਰੂਣਾਮਈ ਢੰਗ ਦੇ ਨਾਲ ਕੀਤਾ। ਇੱਕ ਚੜ੍ਹੇ ਪਠਾਨ ਬਲਾਇਤੀ ਲਹੂ ਤਰਹਾਈ, ਉਹਨਾਂ ਮਾਵਾਂ ਤੋਂ ਬੱਚੇ ਪਕੜ ਕੇ ਚੁੱਕ ਜੀਭਾ ਕਰਾਈ। ਤੇ ਹਾਂਜੀ, ਯੁੱਧ ਭੂਮੀ ਦੇ ਦ੍ਰਿਸ਼ ਫਿਰ ਅੱਗੇ ਦੋਹਾਂ ਧਿਰਾਂ ਦੀ ਆਪਸੀ ਟੱਕਰ, ਯੁੱਧ ਵਰਣਨ ਲਈ ਵਰਤੀਆਂ ਗਈਆਂ ਉਪਮਾਵਾਂ, ਅਲੰਕਾਰਾਂ ਦੀ ਮੌਲਿਕਤਾ। ਨਜਾਬਤ ਦੀ ਵਾਰ ਨੂੰ ਚੰਡੀ ਦੀ ਵਾਰ ਤੋਂ ਦੂਜੇ ਨੰਬਰ 'ਤੇ ਰੱਖਿਆ ਜਾਂਦਾ। ਮਤਲਬ ਕਿ ਜੇ ਆਪਾਂ ਕਹਿੰਦੇ ਹਾਂ ਕਿ ਵੀਰ ਰਸ ਦੀ ਸਭ ਤੋਂ ਉੱਤਮ ਦਰਜੇ ਦੀ ਰਚਨਾ ਹੈਗੀ ਹੈ ਚੰਡੀ ਦੀ ਵਾਰ, ਪਹਿਲੀ ਰਚਨਾ। ਤੇ ਦੂਜੇ ਨੰਬਰ 'ਤੇ ਕਿਹੜੀ ਆਉਂਦੀ ਹੈ? ਨਜਾਬਤ ਦੀ ਵਾਰ। ਵੀਰ ਰਸ ਦੇ ਦੂਜੇ ਨੰਬਰ 'ਤੇ ਕਿਹੜੀ ਆਉਂਦੀ ਹੈ ਵਾਰ? ਨਜਾਬਤ ਦੀ ਵਾਰ, ਜਿਹਨੂੰ ਆਪਾਂ ਨਾਦਰ ਸ਼ਾਹ ਦੀ ਵਾਰ ਵੀ ਕਹਿੰਦੇ। ਤੇ ਫਸਟ ਹੈ ਚੰਡੀ ਦੀ ਵਾਰ। ਹਾਂਜੀ, ਆ ਵੀ ਕਰ ਸਕਦੇ ਹੋ। ਮਤਲਬ ਕਿ ਥੋੜ੍ਹੇ ਲਾਈਨਾਂ ਤੁਸੀਂ ਕਰ ਲੈਣੀਆਂ ਨੇ, ਇਹ ਇੱਕ ਲਾਈਨ ਜੇ ਦੋ ਨਹੀਂ ਹੋਣ। ਦੋਹੀ ਦਲੀ ਮੁਕਾਬਲਾ ਰਣ ਸੂਰੇ ਗੜਕਣ, ਚੜ੍ਹ ਤੋਪਾਂ ਗੱਡੀ ਚੁੱਕੀਆਂ ਟੁੱਕੀਆਂ, ਗੱਡੀ ਢੁਕੀਆਂ ਲੱਖ ਸੰਗਲ ਖੜਕਣ, ਉਹ ਦਾਗ ਪਲੀਤੇ ਛੱਡੀਆਂ ਵਾਂਗ ਬੱਦਲ ਕੜਕਣ, ਜਿਉਂ ਦਰ ਖੁੱਲੇ ਦੋਜਖਾ ਮੂੰਹ ਭਾਰੀ ਭੜਕਣ। ਹਾਂਜੀ, ਫਿਰ ਅੱਗੇ ਛੰਦ ਹੈਡਿੰਗ ਬਣਾਉਣਾ, ਮੈਂ ਨਾਲ ਦੀ ਨਾਲ ਹੈਡਿੰਗ ਦੱਸ ਰਹੀ ਤੁਹਾਨੂੰ। ਵਾਰ ਦਾ ਛੰਦ ਨਿਸ਼ਾਨੀ ਸਰਖੰਡੀ ਤੇ ਦਵਈਆ, ਤੇ ਬੋਲੀ ਉਸ ਸਮੇਂ ਦੇ ਵਿੱਚ ਕੇਂਦਰੀ ਪੰਜਾਬੀ ਆ। ਨਾਲ ਦੀ ਨਾਲ ਹੈਡਿੰਗ ਕੱਢਣਾ ਤੁਸੀਂ, ਛੰਦ ਤੇ ਬੋਲੀ ਕੇਂਦਰੀ ਪੰਜਾਬੀ ਆ। ਪਰ ਇੱਕ ਵਧੀਆ ਵੀਰ ਰਸ ਹੋਣ ਦੇ ਨਾਲ ਬਾਵਜੂਦ ਇਹ ਵਾਰ ਪੰਜਾਬੀ ਲੋਕ ਮਨਾਂ ਦਾ ਹਿੱਸਾ ਨਹੀਂ ਬਣ ਸਕੀ, ਕਿਉਂਕਿ ਇਸ ਵਿਚਲਾ ਨਾਇਕ ਜਿਹੜਾ ਨਾਦਰ ਸ਼ਾਹ ਆ, ਭਾਰਤੀ ਇਤਿਹਾਸ ਦਾ ਖਲਨਾਇਕ ਆ। ਭਾਵ ਕਿ ਜਿਹੜਾ ਇਹਦੇ ਵਿੱਚ ਨਾਇਕ ਦੱਸਿਆ ਗਿਆ ਨਾਦਰ ਸ਼ਾਹ, ਅਸਲ ਦੇ ਵਿੱਚ ਉਹ ਭਾਰਤ ਦਾ ਖਲਨਾਇਕ ਆ। ਤੇ ਕਿਸੇ ਵੀ ਦੇਸ਼ ਜਾਂ ਕੌਮ ਦੀ ਬਰਬਾਦੀ ਕਰਨ ਵਾਲਾ ਮਨੁੱਖ ਭਾਵੇਂ ਕਿੰਨਾ ਵੀ ਬਹਾਦਰ ਕਿਉਂ ਨਾ ਹੋਵੇ, ਉਹ ਕੌਮ ਦਾ ਨਾਇਕ ਨਹੀਂ ਬਣ ਸਕਦਾ। ਇਹੀ ਕਾਰਨ ਹੈ ਕਿ ਨਜਾਬਤ ਦੀ ਵਾਰ ਨੂੰ ਪ੍ਰਸਿੱਧੀ ਨਹੀਂ ਮਿਲੀ। ਹਾਂਜੀ, ਅੱਗੇ ਹੈ ਚੱਠਿਆਂ ਦੀ ਵਾਰ। ਇਹਦੇ ਵਿੱਚ ਵੀ ਪਹਿਲਾਂ ਹੈਡਿੰਗ ਕੱਢ ਦੇਣਾ, ਜਾਣ ਪਛਾਣ। ਚੱਠਿਆਂ ਦੀ ਵਾਰ ਆ ਜਿਹੜੇ ਕਿ ਪੀਰ ਮੁਹੰਮਦ ਇਹਦਾ ਰਚਨਾਕਾਰ ਆ, ਗੁਜਰਾਤ ਦਾ ਸੀ ਵਸਨੀਕ ਪੀਰ ਮੁਹੰਮਦ। ਇਸ ਵਾਰ ਦੇ ਵਿੱਚ 1770 ਤੋਂ ਲੈ ਕੇ 1790 ਈਸਵੀ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸ਼ੁਕਰ ਚੱਕੀ ਅਤੇ ਗੁਲਾਮ ਚੱਠਾ ਸਰਦਾਰਾਂ ਦੇ ਵਿੱਚ ਹੋਈ ਲੜਾਈ ਦਾ ਵਰਣਨ ਹੈ। ਭਾਵ ਕਿ ਚੱਠਿਆਂ ਦੀ ਵਾਰ ਦੇ ਵਿੱਚ ਕਿਹੜੀ ਹੈ? ਇੱਕ ਤਾਂ ਚੱਠਾ ਸਰਦਾਰ ਗੁਲਾਮ ਮੁਹੰਮਦ ਦੇ ਵਿਚਕਾਰ, ਗੁਲਾਮ ਮੁਹੰਮਦ ਤੇ ਦੂਜੀ ਸਾਈਡ 'ਤੇ ਮਹਾ ਸਿੰਘ ਸ਼ੁਕਰ ਚੱਕੀਆ। ਮਹਾ ਸਿੰਘ ਸ਼ੁਕਰ ਚੱਕੀਆ ਕੌਣ ਸੀ? ਮਹਾਰਾਜਾ ਰਣਜੀਤ ਸਿੰਘ ਦਾ ਪਿਤਾ। ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਆ, ਉਸ ਦਾ ਵਰਣਨ ਹੈਗਾ ਚੱਠਿਆਂ ਦੀ ਵਾਰ ਦੇ ਵਿੱਚ, ਜਿਹੜੀ ਕਿ ਰਚਨਾ ਪੀਰ ਮੁਹੰਮਦ ਦੀ ਹੈ। ਤੇ ਇਹਨਾਂ ਦੇ ਵਿੱਚੋਂ ਇੱਕ ਲੜਾਈ ਸੈਦਨਗਰ ਤੇ ਦੂਜੀ ਮੰਚਰ ਦੇ ਵਿੱਚ ਹੋਈ ਆ। ਭਾਵ ਕਿ ਚੱਠਿਆਂ ਦੀ ਵਾਰ ਦੇ ਵਿੱਚ ਦੋ ਲੜਾਈਆਂ ਨੇ, ਇੱਕ ਸੈਦਪੁਰ ਤੇ ਦੂਜੀ ਮੰਚਰ ਦੇ ਵਿੱਚ। ਤੇ ਇਹ ਆਮ ਸਮਝਣਾ ਕਿ ਇਹ ਵਾਰ ਜੰਗ ਤੋਂ 60 ਕੁ ਸਾਲ ਬਾਅਦ 1856 ਈਸਵੀ ਦੇ ਨੇੜੇ ਤੇੜੇ ਲਿਖੀ ਗਿਆ। ਹਾਂਜੀ, ਹੁਣ ਇਹ ਵਾਰ ਕਦੋਂ ਲਿਖੀ ਗਈ ਹੈ? ਵੀ ਜਦੋਂ ਇਹ ਲੜਾਈ ਲੜਨ ਤੋਂ ਬਾਅਦ 60 ਸਾਲ ਹੋ ਗਏ ਸੀ, ਉਸ ਤੋਂ ਬਾਅਦ ਇਹ ਲਿਖੀ ਗਈ ਹੈ 1856 ਨੇੜੇ ਤੇੜੇ। ਤੇ ਇਸ ਵਾਰ ਦਾ ਮੁਹਾਂਦਰਾ ਪੂਰਵ ਮੁਗਲ ਕਾਲ ਦੀਆਂ ਲੋਕ ਵਾਰਾਂ ਨਾਲ ਮਿਲਦਾ। ਤੇ ਕਿਉਂਕਿ ਇਸ ਦੇ ਵਿੱਚ ਉਹਨਾਂ ਵਾਰਾਂ ਵਾਂਗ ਹੀ ਦੋ ਰਜਵਾੜਿਆਂ ਦੀ ਆਪਸੀ ਖਹਿਬਾਜ਼ੀ ਤੇ ਉਹਨਾਂ ਦੇ ਜੰਗ ਦਾ ਵਰਣਨ ਕੀਤਾ ਹੋਇਆ। ਚੱਠਿਆਂ ਦੀ ਵਾਰ ਦੇ ਵਿੱਚ ਪੌੜੀਆਂ ਕਿੰਨੀਆਂ ਨੇ? 95। ਤੇ ਨਜਾਬਤ ਦੀ ਵਾਰ ਦੇ ਵਿੱਚ 86 ਨੇ। ਇਹਦੇ ਵਿੱਚ ਕਿੰਨੀਆਂ ਨੇ? 95। ਤੇ ਵਾਰ ਦੇ ਆਰੰਭ ਦੇ ਵਿੱਚ ਰੱਬ ਦੀ ਉਸਤਤ ਪ੍ਰਸ਼ੰਸਾ, ਅਰਬੀ ਮਿਥਿਹਾਸ ਬਾਰੇ ਜਾਣਕਾਰੀ ਤੇ ਇਸਲਾਮੀ ਇਤਿਹਾਸਿਕ ਤੇ ਮਿਥਿਹਾਸਿਕ ਸ਼ਖਸੀਅਤਾਂ ਦਾ ਬਿਆਨ ਹੈ। ਤੇ ਇਸ ਵਾਰ ਦੇ ਵਿੱਚ ਭਾਵੇਂ ਦੋ ਨਾਇਕਾਂ ਵਿਚਾਲੇ ਲੜਾਈ ਲੜੀ ਗਈ, ਇੱਕ ਛੋਟੀ ਜਿਹੀ ਜੰਗ ਦਾ ਵਰਣਨ ਹੈ, ਪਰ ਇਹਦੇ ਵਿੱਚ ਯੁੱਧ ਵਰਣਨ, ਨਾਇਕਾਂ ਦੀ ਸੂਰਵੀਰਤਾ, ਬਿੰਬਾਵਲੀ, ਅਲੰਕਾਰਿਕ ਵਿਸ਼ੇਸ਼ਤਾਵਾਂ ਰਚ ਕੇ ਇਹਨੂੰ ਵੀਰ ਕਾਵਿ ਨਾਲੋਂ ਵੀ ਕਿਸੇ ਤਰੀਕੇ ਨਾਲ ਘੱਟ ਨਹੀਂ ਵਰਣਨ ਕੀਤਾ। ਮਤਲਬ ਕਿ ਪੂਰੇ ਵਧੀਆ ਢੰਗ ਦੇ ਨਾਲ ਇਹਦੇ ਵਿੱਚ ਵਰਣਨ ਕੀਤਾ ਹੋਇਆ। ਹਾਂਜੀ,
ਲੱਗੀ ਸੱਟ ਨਗਾਰਿਆ ਪਏ ਮਾਰੂ ਵੱਜਣ, ਤੋਪਾਂ ਹੋਰ ਜੰਬੂਰ 'ਚ ਜਿਉਂ ਬੱਦਲ ਗੱਜਣ। ਘੋੜੇ ਕਰਨ ਸ਼ਤਾਬੀਆਂ ਊਠ ਕੱਟ ਕੇ ਭੱਜਣ, ਤੇਗਾ ਬਹੁਤ ਪਿਆਸੀਆਂ ਨਾ ਰਤੋ ਰੱਜਣ। ਅੱਗੇ ਹੈਗਾ ਪੀਰ ਮੁਹੰਮਦ ਦੀ ਬੋਲੀ ਠੇਠ ਪੰਜਾਬੀ ਮੁਹਾਵਰੇ ਵਾਲੀ ਆ ਤੇ ਕਿਤੇ ਕਿਤੇ ਫਾਰਸੀ ਸ਼ਬਦਾਂ ਦੀ ਵੀ ਭਰਮਾਰ ਆ, ਪਰ ਸਮੁੱਚੇ ਤੌਰ ਤੇ ਭਾਸ਼ਾ ਮੁਹਾਵਰੇ ਵਾਲੀ ਆ। ਹਾਂਜੀ, ਲਸ਼ਕਰ ਮਹਾਂ ਸਿੰਘ ਦਾ ਜਿਉਂ ਸਾਵਣ ਹਾਠਾ, ਟੁਰੀਆਂ ਫੌਜਾਂ ਜੋੜ ਕੇ ਦਰਿਆਈ ਠਾਠਾਂ, ਰਾਹ ਛਿਪਾਇਆ ਗਰਦਨੇ ਨਾ ਦੱਸਣ ਵਾਟਾ, ਲਸ਼ਕਰ ਪਾਰ ਚੜ੍ਹੇਂਦੀਆਂ ਨਾ ਵਾਰੀ ਘਾਟਾਂ। ਜਿੰਨੇ ਇਹਦੇ ਵਿੱਚੋਂ ਯਾਦ ਹੋ ਸਕੇ ਉਨੀਆਂ ਲਾਈਨਾਂ ਕਰ ਲੈਣੀਆਂ ਨੇ। ਅਗਰ ਨਹੀਂ ਯਾਦ ਹੋਣੇ ਤੁਸੀਂ ਕੋਈ ਵੀ 1 ਜਾਂ 2 ਲਾਈਨਾਂ ਜ਼ਰੂਰ ਯਾਦ ਕਰ ਲੈਣੀ। ਹਾਂਜੀ, ਇਸ ਵਾਰ ਨੂੰ ਇਤਿਹਾਸਿਕ ਤੌਰ 'ਤੇ ਕੁਛ ਘੱਟ ਪ੍ਰਮਾਣਿਕਤਾ ਮੰਨਿਆ ਜਾਂਦਾ ਕਿਉਂਕਿ ਕਵੀ ਨੇ ਕੁਛ ਘਟਨਾਵਾਂ ਨੂੰ ਰਲਾ ਕੇ ਇਹਦੇ ਵਿੱਚ ਪੇਸ਼ ਕੀਤਾ ਹੋਇਆ, ਪੱਖਪਾਤ ਤੋਂ ਵੀ ਕੰਮ ਲਿਆ ਹੋਇਆ। ਪੀਰ ਮੁਹੰਮਦ ਚੱਠੇ ਸਰਦਾਰਾਂ ਦਾ ਕਵੀਸ਼ਰ ਸੀ ਤੇ ਮੁਸਲਮਾਨ ਸੀ, ਇਸ ਲਈ ਉਹਨੇ ਮਹਾਂ ਸਿੰਘ ਦੀ ਸਿੱਖ ਫੌਜ ਦੇ ਮੁਕਾਬਲੇ ਗੁਲਾਮ ਮੁਹੰਮਦ ਤੇ ਉਹਦੀ ਫੌਜ ਦੀ ਸੂਰਵੀਰਤਾ ਨੂੰ ਜ਼ਿਆਦਾ ਵਰਣਨ ਕੀਤਾ, ਪਰ ਆਪਣੀ ਸਾਹਿਤਿਕ ਖੂਬੀਆਂ ਕਾਰਨ ਇਹ ਵਾਰ ਪੰਜਾਬੀ ਵੀਰਕਾਵਿ ਦੀ ਇੱਕ ਪ੍ਰਾਪਤੀ ਹੈ। ਅੱਗੇ ਆਊਗਾ ਸ਼ਾਹ ਮੁਹੰਮਦ। ਹਾਂਜੀ, ਸ਼ਾਹ ਮੁਹੰਮਦ। ਹਾਂਜੀ, ਅੱਗੇ ਹੈ ਸ਼ਾਹ ਮੁਹੰਮਦ। ਸ਼ਾਹ ਮੁਹੰਮਦ ਦੇ ਜਿਹੜਾ ਕਿ ਦੇਸ਼ ਪਿਆਰ ਦਾ ਕਵੀ ਸੀ ਤੇ ਇਹਨੂੰ ਕੌਮੀ ਕਵੀ ਵੀ ਕਿਹਾ ਜਾਂਦਾ ਤੇ ਆਪਣੇ ਸਮੇਂ ਦਾ ਪ੍ਰਵੀਨ ਤੇ ਕੋਖੀ ਜਾਣਕਾਰ ਭਾਵ ਕਿ ਆਪਣੇ ਸਮੇਂ ਦਾ ਸਭ ਤੋਂ ਵਧੀਆ ਜਾਣਕਾਰ ਸੀ ਤੇ ਉੱਤਮ ਸੁਲਝਿਆ ਹੋਇਆ ਕਵੀ ਸੀ ਤੇ ਕੌਮੀ ਭਾਵਾਂ ਨਾਲ ਭਰਿਆ ਹੋਇਆ ਵਿਅਕਤੀ ਸੀ ਤੇ ਵਡਾਲਾ ਦਾ ਵਸਨੀਕ ਸੀ ਇਹ। ਮੌਲਾ ਬਖਸ਼ ਕੁਸ਼ਤਾ ਨੇ ਉਸ ਦਾ ਜਨਮ 1780-82 ਦੇ ਈਸਵੀ ਦੇ ਵਿੱਚ ਮੰਨਿਆ ਲਗਭਗ, ਤਾਂ ਅਕਾਲ ਚਲਾਣਾ 1862 ਈਸਵੀ ਦੇ ਵਿੱਚ ਦੱਸਿਆ। ਤੇ ਸ਼ਾਹ ਮੁਹੰਮਦ ਕੁਰੈਸ਼ੀ ਜਿਹੜੇ ਕਿ ਘਰਾਣੇ ਦਾ ਸੀ, ਕੁਰੈਸ਼ੀ ਜਾਤ ਸੀ ਤੇ ਉਸ ਦਾ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦਾ ਤੋਪਚੀ ਸੀ। ਹਾਂਜੀ, ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਸ਼ਾਹ ਮੁਹੰਮਦ ਦੇ ਪ੍ਰਸਿੱਧ ਕਾਵਿ-ਕ੍ਰਿਤ ਹਿੰਦ ਪੰਜਾਬ ਦਾ ਜਿਸ ਨੂੰ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਵੀ ਕਿਹਾ ਜਾਂਦਾ, ਤਾਂ ਇਸ ਦੇ ਹੋਰ ਨਾਂ ਵੀ ਨੇ। ਇਸ ਰਚਨਾ ਨੂੰ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ, ਵਾਰ ਸ਼ਾਹ ਮੁਹੰਮਦ, ਜੰਗਨਾਮਾ ਸ਼ਾਹ ਮੁਹੰਮਦ ਨਾਂ ਨਾਲ ਵੀ ਜਾਣਿਆ ਜਾਂਦਾ। ਤੇ ਇੱਕ ਇਹ ਵੀ ਐਲਾਨ ਕਰ ਸਕਦੇ ਕਿ ਇੱਕ ਜੰਗਨਾਮਾ ਕਿਉਂਕਿ ਇਹਦੇ ਵਿੱਚ 2 ਧਿਰਾਂ ਦੀ ਲੜਾਈ ਦਾ ਵਰਣਨ ਕੀਤਾ ਹੋਇਆ ਸਿਰਫ, ਤਾਂ ਉਹ ਜੰਗਨਾਮਾ ਹੁੰਦਾ ਜਿਹਦੇ ਵਿੱਚ 2 ਧਿਰਾਂ ਦੀ ਲੜਾਈ ਦਾ ਵਰਣਨ ਹੁੰਦਾ। ਤੇ ਸ਼ਾਹ ਮੁਹੰਮਦ ਦੀ ਸਿੱਖਾਂ ਨਾਲ ਹਮਦਰਦੀ ਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖਾਂ ਤੇ ਪੰਜਾਬੀਆਂ ਦਾ ਨਾਇਕ ਮੰਨਦਾ ਤੇ ਉਹਦੇ ਪ੍ਰਤੀ ਸ਼ਰਧਾਵਾਨ ਹੈ। ਹਾਂਜੀ, ਤੇ ਸ਼ਾਹ ਮੁਹੰਮਦ ਨੇ ਇੱਕ ਇਤਿਹਾਸਿਕ ਘਟਨਾ ਨੂੰ ਆਪਣੀ ਰਚਨਾ ਦਾ ਆਧਾਰ ਬਣਾਇਆ, ਭਾਵ ਕਿ ਜਿਹੜਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਇਹ ਇੱਕ ਇਤਿਹਾਸਿਕ ਘਟਨਾ ਦਾ ਵਰਣਨ ਇਹਦੇ ਵਿੱਚ, ਤੇ ਆਪਣੀ ਪਿਆਰੀ ਭੂਮੀ ਉੱਪਰ ਵਿਦੇਸ਼ੀ ਅੰਗਰੇਜ਼ਾਂ ਦੇ ਦਾਖਲੇ ਉੱਤੇ ਕੀਰਨੇ ਪਾ ਕੇ ਸਮੁੱਚੀ ਪੰਜਾਬੀ ਕੌਮ ਦੇ ਦੁੱਖ ਤੇ ਦਰਦ ਨੂੰ ਬਿਆਨ ਕੀਤਾ। ਤੇ ਸ਼ਾਹ ਮੁਹੰਮਦ ਦੀ ਰਚਨਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਦਾਖਲੇ ਦੇ ਤੱਕ ਦੇ 10 ਸਾਲਾਂ ਦਾ ਇਤਿਹਾਸ ਵਰਣਨ ਕਰਦੀ ਹੈ, ਭਾਵ ਕਿ ਜੰਗਨਾਮਾ ਸ਼ਾਹ ਮੁਹੰਮਦ ਜਿਹੜੀ ਰਚਨਾ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋ ਜਾਂਦੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹ 10 ਸਾਲਾਂ ਦੇ ਇਤਿਹਾਸ ਦਾ ਵਰਣਨ ਹੈ। ਤੇ ਇਸ ਤਰ੍ਹਾਂ ਇਸ ਰਚਨਾ ਦੀ ਸਾਹਿਤਿਕ ਮਹਾਨਤਾ ਵੀ ਅਤੇ ਇਤਿਹਾਸਿਕ ਵੀ। ਸ਼ਾਹ ਮੁਹੰਮਦ ਕੌਮੀ ਕਵੀ ਹੈ ਤੇ ਉਸ ਦੀ ਰਚਨਾ ਵਿੱਚ ਫਿਰਕੂਪਣੇ ਦੀ ਬਿਲਕੁਲ ਬੂਨੀ ਆਉਂਦੀ, ਭਾਵ ਕਿ ਇਹ ਮੁਸਲਿਮ ਸੀ ਬਟ ਫਿਰ ਵੀ ਇਹਨਾਂ ਨੇ ਜਿਹੜੇ ਕਿ ਸਿੱਖਾਂ ਦਾ ਜਿਹੜਾ ਇਤਿਹਾਸ ਆ ਬਿਨਾਂ ਕਿਸੇ ਭੇਦਭਾਵ ਦੇ ਲਿਖਿਆ ਤੇ ਉਸਨੇ ਮੁਸਲਮਾਨ ਹੁੰਦਿਆਂ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ ਕੀਤੀ ਹੈ ਤੇ ਸਿੱਖ ਫੌਜ ਦੀ ਬਹਾਦਰੀ ਨੂੰ ਬੜੇ ਮਾਣ ਦੇ ਨਾਲ ਬਿਆਨ ਕੀਤਾ ਤੇ ਉਸਨੇ ਘਟਨਾਵਾਂ ਨੂੰ ਆਪਣੀ ਜਾਣਕਾਰੀ ਦੇ ਅਨੁਸਾਰ ਬਿਲਕੁਲ ਸੱਚ ਬਿਆਨ ਕੀਤਾ ਤੇ ਉਹ ਦੱਸਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਸੁਖੀ ਵਸਦੇ ਸੀ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਪ੍ਰਵੇਸ਼ ਨੂੰ ਇੱਕ ਮੁਸੀਬਤ ਦੱਸਿਆ। ਜਿਵੇਂ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਤ ਆਈ, ਆਫਤ ਹੁੰਦੀ ਹੈ ਮੁਸੀਬਤ ਆਈ। ਸ਼ਾਹ ਮੁਹੰਮਦ ਦਾ ਵਿੱਚ ਪੰਜਾਬ ਦੇ ਕਦੇ ਨਹੀਂ ਸੀ ਤੀਸਰੀ ਜਾਤ ਆਈ। ਤੀਸਰੀ ਜਾਤ ਕੀ ਆ? ਅੰਗਰੇਜ਼। ਤੇ ਇਤਿਹਾਸਿਕ ਤੌਰ ਤੇ ਸ਼ਾਹ ਮੁਹੰਮਦ ਨੇ ਵੱਧ ਤੋਂ ਵੱਧ ਸੱਚਾਈ ਨੂੰ ਪੇਸ਼ ਕਰਨ ਦਾ ਯਤਨ ਕੀਤਾ ਤੇ ਉਹਨੇ ਭਾਵ ਕਿ ਉਸ ਥਾਂ ਤੇ ਜਿੱਥੇ ਜਾਣਕਾਰੀ ਨਹੀਂ ਸੀ ਉਸ ਚੀਜ਼ ਨੂੰ ਸਕਿਪ ਕੀਤਾ ਤੇ ਸਿੰਘਾਂ ਦੀ ਹਾਰ ਦਾ ਕਾਰਨ ਉਹ ਹੀ ਸਮਝਦਾ ਜੋ ਵੱਡੇ ਇਤਿਹਾਸਕਾਰਾਂ ਦੀ ਰਾਏ ਅਨੁਸਾਰ ਆ। ਉਹ ਲਿਖਦਾ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੇ ਨੇ। ਸਰਕਾਰ ਇੱਥੇ ਕਿਹਨੂੰ ਕਿਹਾ ਗਿਆ? ਮਹਾਰਾਜਾ ਰਣਜੀਤ ਸਿੰਘ ਨੂੰ। ਤੇ ਸ਼ਾਹ ਮੁਹੰਮਦ ਦੇ ਪਾਤਰ ਚਿਤਰਨ ਤੇ ਨਾਟਕੀ ਢੰਗ ਵਰਣਨ ਕਰਨ ਦਾ ਢੰਗ ਬਹੁਤ ਹੀ ਵਧੀਆ ਤੇ ਉਹਨੇ ਰਾਜਿਆਂ, ਰਾਣੀਆਂ, ਰਾਜਕੁਮਾਰਾਂ, ਅਹਿਲਕਾਰਾਂ ਦੇ ਪਾਤਰਾਂ ਦੀ ਸਹੀ ਢੰਗ ਦੇ ਨਾਲ, ਨਿਤੜਕਤਾ ਦੇ ਨਾਲ ਬੜੇ ਸੰਜਮ ਭਰੇ ਸ਼ਬਦਾਂ ਵਿੱਚ ਬਿਆਨ ਕੀਤਾ ਤੇ ਘਟਨਾਵਾਂ ਦੀ ਗੋਂਦ ਵੀ ਬੜੀ ਸੁਚੱਜੀ ਹੈ। ਸਾਰੇ ਘਟਨਾਵਾਂ ਫਿਲਮ ਦੇ ਦ੍ਰਿਸ਼ ਦੇ ਵਾਂਗ ਸਾਡੀ ਅੱਖਾਂ ਅੱਗਿਓਂ ਵਾਰੀ-ਵਾਰੀ ਹੋ ਕੇ ਗੁਜ਼ਰਦੀਆਂ ਨੇ ਤੇ ਉਹਦੇ ਲਿਖਤ ਦੇ ਵਿੱਚ ਜ਼ੋਰ ਤੇ ਜਜ਼ਬਾ। ਤੇ ਸ਼ਾਹ ਮੁਹੰਮਦ ਦੇ ਵਿਅੰਗ ਤੇ ਟੋਕ ਤੇ ਕੋਈ ਨਹੀਂ ਬਚ ਸਕਿਆ, ਉਹ ਚਾਹੇ ਮਹਾਰਾਜਾ ਜਾਂ ਮਹਾਰਾਣੀ ਜਾਂ ਰਾਜਕੁਮਾਰ ਜਾਂ ਅਹਿਲਕਾਰ, ਸਿਪਾਹੀ ਜਾਂ ਅਫਸਰ।
ਜੰਗ ਦੇ ਮੈਦਾਨ ਦੇ ਵਿੱਚੋਂ ਹਾਰੇ ਸਿੱਖਾਂ ਨੂੰ ਲਾਹੌਰ ਦੇ ਵਾਸੀਆਂ ਨੇ ਮੂੰਹ ਹੋਏ ਮੇਨਾ ਵੀ ਜਿਹੜੇ ਕਿ ਸ਼ਾਹ ਮੁਹੰਮਦ ਆਪਣੀ ਰਚਨਾ ਦੇ ਵਿੱਚ ਲਿਖਦਾ। ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾ ਕੇ ਆਏ, ਚੰਗੀਆਂ ਪੂਰੀਆਂ ਪਾ ਕੇ ਆਏ। ਸ਼ਾਹ ਮੁਹੰਮਦ ਦੀ ਰਚਨਾ ਵੀਰ ਰਸ ਤੋਂ ਬਿਨਾਂ ਕਰੂਣਾ ਰਸ ਵੀ ਇਹਦੇ ਵਿੱਚ, ਕਿਹੜਾ ਰਸ ਆ? ਕਰੂਣਾ ਰਸ। ਤੇ ਸ਼ਾਹ ਮੁਹੰਮਦ ਨੇ ਕਿੱਸੇ ਦੀ ਰਚਨਾ ਪੰਜਾਬੀ ਨੇ ਹਰਮਨ ਪਿਆਰੇ ਬੈਂਤ ਛੰਦ ਦੇ ਵਿੱਚ, ਛੰਦ ਕਿਹੜਾ ਹੁਣ? ਬੈਂਤ ਛੰਦ। ਬੋਲੀ ਕਿਹੜੀ ਆ? ਲੋਕ ਬੋਲੀ ਦੀ ਵਰਤੋਂ ਕੀਤੀ ਆ। ਤੇ ਉਹ ਪਹਿਲਾ ਕਵੀ ਜਿਸ ਨੇ ਅੰਗਰੇਜ਼ੀ ਦੇ ਪ੍ਰਚਲਿਤ ਹੋਏ ਸ਼ਬਦਾਂ ਨੂੰ ਵੀ ਆਪਣੀ ਰਚਨਾ ਦੇ ਵਿੱਚ ਬਿਆਨ ਕੀਤਾ, ਜਿਵੇਂ ਕਿ ਪਲਟਨ, ਲਾਟ, ਕੌਂਸਲ, ਕੰਪਨੀ, ਇਹ ਸਾਰੇ। ਤੇ ਅੰਤ ਆਪਾਂ ਕਹਿ ਸਕਦੇ ਕਿ ਇਹ ਬਹੁਤ ਫੇਮਸ ਹੋਇਆ। ਬਾਕੀ ਇਸ ਤੋਂ ਬਾਅਦ ਮਟਕ ਇਹਨਾਂ ਕਵੀਆਂ ਨੇ ਵੀ ਲਿਖਿਆ, ਬਟ ਇਹ ਇੰਨੇ ਫੇਮਸ ਨਹੀਂ ਹੋਇਆ ਜਿੰਨਾ ਸ਼ਾਹ ਮੁਹੰਮਦ ਦਾ ਹੋਇਆ। ਸੋ ਇਹ ਸੀ ਤੁਹਾਡੇ ਕੁਐਸਚਨਸ। ਥੈਂਕਸ। ਤੇ ਅਗਰ ਤੁਹਾਨੂੰ ਕੱਲਾ ਵੀ ਪੁੱਛ ਲੈਂਦੇ ਨੇ ਸ਼ਾਹ ਮੁਹੰਮਦ ਬਾਰੇ ਤਾਂ ਵੀ ਤੁਸੀਂ ਇਹਦੇ ਵਿੱਚੋਂ ਕੱਲੇ ਬਾਰੇ ਵੇਰਵਾ ਦੇ ਸਕਦੇ ਹੋ। ਚੱਠਿਆਂ ਦੀ ਵਾਰ ਕੱਲਾ ਪੁੱਛ ਲਿਆ ਤਾਂ ਵੀ ਤੁਸੀਂ ਦੇ ਸਕਦੇ ਹੋ ਵੇਰਵਾ। ਸਾਰੇ ਕੁਐਸਚਨ ਕਵਰ ਹੋ ਗਏ।